ਸ਼੍ਰੀ ਗੁਰੂ ਅਮਰਦਾਸ ਜੀ ਦੀਆਂ ਦੋ ਸਪੁੱਤਰੀਆਂ ਸਨ। ਇੱਕ ਬੀਬੀ ਦਾਨੀ ਸ਼੍ਰੀ ਰਾਮਾ ਜੀ ਨਾਲ ਅਤੇ ਦੂਜੀ ਬੀਬੀ ਭਾਨੀ ਸ਼੍ਰੀ ਰਾਮਦਾਸ ਜੀ ਨਾਲ ਵਿਆਹੀ ਹੋਈ ਸੀ। ਬੌਲੀ ਦੀ ਕਾਰ ਸੇਵਾ ਵਿੱਚ ਦੋਵੇਂ ਹੀ ਵੱਧ ਚੜ ਕੇ ਕੰਮ ਕਰਦੇ ਸਨ। ਗੁਰੂ ਜੀ ਦੋਹਾਂ ਉੱਤੇ ਬਹੁਤ ਪ੍ਰਸੰਨ ਸਨ। ਇਸ ਕਰਕੇ ਸਿੱਖ ਸੰਗਤਾਂ ਗੱਲਾਂ ਕਰਦੀਆਂ ਰਹਿੰਦੀਆਂ ਸਨ ਕਿ ਪਤਾ ਨਹੀਂ ਗੁਰੂ ਜੀ ਇਹਨਾਂ ਦੋਹਾਂ ਵਿੱਚੋਂ ਕਿਸ ਉੱਤੇ ਪ੍ਰਸੰਨ ਹੋ ਕੇ ਗੁਰਤਾ ਗੱਦੀ ਬਖਸ਼ਣਗੇ। ਕੋਈ ਸ਼੍ਰੀ ਰਾਮਾ ਜੀ ਨੂੰ ਅਤੇ ਕੋਈ ਸ਼੍ਰੀ ਰਾਮਦਾਸ ਜੀ ਨੂੰ ਇਸ ਬਖਸ਼ਿਸ਼ ਦੇ ਯੋਗ ਸਮਝਦਾ ਸੀ। ਸਿੱਖਾਂ ਦੇ ਮਨ ਦਾ ਭਾਵ ਸਮਝ ਕੇ ਇੱਕ ਦਿਨ ਸੰਧਿਆ ਸਮੇਂ ਗੁਰੂ ਜੀ ਨੇ ਬੌਲੀ ਦੇ ਪਾਸ ਖੜੇ ਹੋ ਕੇ ਰਾਮੇ ਨੂੰ ਆਖਿਆ, ਤੂੰ ਇਸ ਪਾਸੇ ਇੱਕ ਥੜਾ ਬਣਾ ਜਿੱਥੇ ਬੈਠ ਕੇ ਅਸੀਂ ਕਾਰ ਸੇਵਾ ਦੇਖਦੇ ਰਹੀਏ। ਫਿਰ ਦੂਜੇ ਪਾਸੇ ਬੌਲੀ ਦੇ ਜਾ ਕੇ ਇਸ ਤਰ੍ਹਾਂ ਹੀ ਸ਼੍ਰੀ ਰਾਮਦਾਸ ਜੀ ਨੂੰ ਵੀ ਆਖਿਆ ਕਿ ਇੱਥੇ ਸਾਡੇ ਬੈਠਣ ਵਾਸਤੇ ਇੱਕ ਥੜਾ ਬਣਾਓ ਜਿਸ ਤੇ ਬੈਠ ਕੇ ਅਸੀਂ ਬੌਲੀ ਦੀ ਕਾਰ ਸੇਵਾ ਵੇਖਦੇ ਰਹੀਏ। ਸ਼੍ਰੀ ਰਾਮਾ ਜੀ ਤੇ ਸ਼੍ਰੀ ਰਾਮਦਾਸ ਜੀ ਨੂੰ ਗੁਰੂ ਜੀ ਥੜਿਆਂ ਦੀ ਬਣਾਵਟ ਸਮਝਾ ਕੇ ਆਪਣੇ ਸਥਾਨ ਤੇ ਚਲੇ ਗਏ। ਦੂਸਰੇ ਦਿਨ ਜਦ ਦਿਨ ਚੜ੍ਹਿਆ ਤਾਂ ਰਾਮਾ ਜੀ ਤੇ ਰਾਮਦਾਸ ਜੀ ਦੋਵੇਂ ਆਪੋ ਆਪਣੇ ਥੜੇ ਇੱਟਾਂ ਤੇ ਗਾਰੇ ਨਾਲ ਬਣਾਉਣ ਲੱਗ ਪਏ ਅਤੇ ਸਾਰਾ ਦਿਨ ਕੰਮ ਕਰਦੇ ਰਹੇ। ਸੰਧਿਆ ਸਮੇਂ ਗੁਰੂ ਜੀ ਨੇ ਪਹਿਲਾਂ ਰਾਮੇ ਦਾ ਥੜਾ ਵੇਖ ਕੇ ਕਿਹਾ, ਇਹ ਸਾਨੂੰ ਬੈਠਣ ਵਾਸਤੇ ਚੰਗਾ ਨਹੀਂ ਲੱਗਦਾ। ਤੇਰੀ ਸਾਰੀ ਮਿਹਨਤ ਨਹੀਂ ਸਫਲ ਗਈ ਹੈ। ਇਸ ਦਾ ਇੱਕ ਪਾਸਾ ਤੂੰ ਵਿੰਗਾ ਬਣਾ ਦਿੱਤਾ ਹੈ। ਇਸ ਨੂੰ ਢਾਹ ਦਿਓ ਅਤੇ ਸਾਡੀ ਗੱਲ ਇੱਕ ਵਾਰ ਫੇਰ ਚੰਗੀ ਤਰ੍ਹਾਂ ਸਮਝ ਕੇ ਇਸ ਨੂੰ ਠੀਕ ਬਣਾਓ। ਰਾਮੇ ਨੇ ਕਿਹਾ, ਜੀ ਮੈਂ ਤੁਹਾਡੇ ਦੱਸਣ ਅਨੁਸਾਰ ਬਣਾਇਆ ਹੈ। ਤੁਹਾਨੂੰ ਕਿਉਂ ਨਹੀਂ ਚੰਗਾ ਲੱਗਾ? ਮੈਨੂੰ ਇਹ ਪਤਾ ਨਹੀਂ ਲੱਗਾ। ਇਹ ਬਹੁਤ ਸੁੰਦਰ ਬਣਿਆ ਹੈ। ਰਾਮਾ ਇਸ ਤਰ੍ਹਾਂ ਬਹੁਤ ਕਹਿੰਦਾ ਰਿਹਾ ਪਰ ਗੁਰੂ ਜੀ ਨੇ ਉਸ ਦੇ ਥੜੇ ਨੂੰ ਢਵਾ ਦਿੱਤਾ। ਫਿਰ ਗੁਰੂ ਜੀ ਦੂਸਰੇ ਪਾਸੇ ਸ਼੍ਰੀ ਰਾਮਦਾਸ ਜੀ ਪਾਸ ਗਏ ਅਤੇ ਥੜਾ ਵੇਖ ਕੇ ਕਹਿਣ ਲੱਗੇ, ਤੂੰ ਸਾਡਾ ਆਸ਼ਾ ਨਹੀਂ ਸਮਝਿਆ। ਜਿਸ ਤਰ੍ਹਾਂ ਅਸਾਂ ਸਮਝਾਇਆ ਸੀ ਉਸ ਤਰ੍ਹਾਂ ਨਹੀਂ ਬਣਾਇਆ। ਇਸ ਦੀ ਇੱਕ ਪਾਸੇ ਦੀ ਕੰਧ ਟੇਢੀ ਹੈ। ਇਹ ਸਾਡੇ ਬੈਠਣ ਯੋਗ ਨਹੀਂ ਹੈ। ਇਸ ਨੂੰ ਜਲਦੀ ਢਾਹ ਦਿਓ। ਗੁਰੂ ਜੀ ਤੋਂ ਇਹ ਬਚਨ ਸੁਣ ਕੇ ਸ਼੍ਰੀ ਗੁਰੂ ਰਾਮਦਾਸ ਜੀ ਨੇ ਪਹਿਲਾਂ ਥੜਾ ਢਾਹ ਦਿੱਤਾ ਤੇ ਫਿਰ ਹੱਥ ਜੋੜ ਕੇ ਕਿਹਾ, ਮੇਰੀ ਭੁੱਲ ਬਖਸ਼ ਦਿਓ। ਮੈਂ ਥੋੜੀ ਬੁੱਧੀ ਕਰਕੇ ਤੁਹਾਡੀ ਗੱਲ ਸਮਝ ਨਹੀਂ ਸਕਿਆ। ਮੈਨੂੰ ਫੇਰ ਸਮਝਾ ਦਿਓ। ਗੁਰੂ ਜੀ ਨੇ ਸੋਟੀ ਨਾਲ ਲਕੀਰ ਖਿੱਚ ਕੇ ਅਤੇ ਹੋਰ ਸਾਰੀ ਗੱਲ ਸਮਝਾ ਕੇ ਆਖਿਆ ਕਿ ਇਸ ਤਰ੍ਹਾਂ ਦੇ ਥੜੇ ਬਣਾਓ। ਦੂਸਰੇ ਦਿਨ ਫਿਰ ਦੋਹਾਂ ਨੇ ਸਵੇਰ ਤੋਂ ਸ਼ਾਮ ਤੱਕ ਲੱਗ ਕੇ ਥੜੇ ਤਿਆਰ ਕੀਤੇ। ਗੁਰੂ ਜੀ ਨੇ ਸੰਧਿਆ ਸਮੇਂ ਜਾ ਕੇ ਪਹਿਲਾਂ ਰਾਮੇ ਦਾ ਥੜਾ ਵੇਖ ਕੇ ਫਰਮਾਇਆ, ਇਹ ਸਾਡੇ ਕਹਿਣ ਅਨੁਸਾਰ ਤੂੰ ਚੰਗਾ ਨਹੀਂ ਬਣਾਇਆ। ਇਸ ਨੂੰ ਢਾਹ ਕੇ ਫੇਰ ਚੰਗੀ ਤਰ੍ਹਾਂ ਬਣਾਓ। ਰਾਮੇ ਨੇ ਕਿਹਾ, ਮੈਂ ਤਾਂ ਬਹੁਤ ਚੰਗਾ ਬਣਾਇਆ ਹੈ। ਇਸ ਨੂੰ ਵੇਖ ਕੇ ਲੋਕ ਸਲਾਉਂਦੇ ਹਨ। ਪਤਾ ਨਹੀਂ ਤੁਹਾਨੂੰ ਚੰਗਾ ਕਿਉਂ ਨਹੀਂ ਲੱਗਦਾ। ਮੈਂ ਇਸ ਨੂੰ ਨਹੀਂ ਢਾਉਣਾ। ਤਦ ਗੁਰੂ ਜੀ ਨੇ ਹੋਰ ਸੇਵਕ ਪਾਸੋਂ ਰਾਮੇ ਦਾ ਥੜਾ ਢਵਾ ਦਿੱਤਾ ਤੇ ਕਿਹਾ ਕਿ ਇਸ ਨੂੰ ਸਾਡੇ ਸਮਝਾਉਣ ਅਨੁਸਾਰ ਫਿਰ ਸੋਧ ਕੇ ਧਿਆਨ ਨਾਲ ਬਣਾਓ। ਉਪਰੰਤ ਗੁਰੂ ਜੀ ਸ਼੍ਰੀ ਰਾਮਦਾਸ ਜੀ ਪਾਸ ਚਲੇ ਗਏ। ਥੜੇ ਨੂੰ ਵੇਖ ਕੇ ਆਖਣ ਲੱਗੇ, ਇਹ ਤੂੰ ਚੰਗਾ ਨਹੀਂ ਬਣਾਇਆ। ਸਾਨੂੰ ਇਹ ਬੈਠਣ ਵਾਸਤੇ ਚੰਗਾ ਨਹੀਂ ਲੱਗਦਾ। ਤੂੰ ਜੋ ਕੁਝ ਅਸਾਂ ਸਮਝਾਇਆ ਸੀ ਉਸ ਦੇ ਅਨੁਸਾਰ ਨਹੀਂ ਬਣਾਇਆ। ਇਸ ਨੂੰ ਢਾਹ ਦਿਓ। ਗੁਰੂ ਜੀ ਦੇ ਬਚਨ ਸੁਣ ਕੇ ਸ਼੍ਰੀ ਰਾਮਦਾਸ ਜੀ ਨੇ ਚੁੱਪਚਾਪ ਹੀ ਥੜੇ ਨੂੰ ਢਾਹ ਦਿੱਤਾ ਤੇ ਫਿਰ ਕਿਹਾ, ਮੈਂ ਅਣਜਾਣ ਹਾਂ। ਤੁਹਾਡੀ ਗੱਲ ਨੂੰ ਮੈਂ ਸਮਝ ਨਹੀਂ ਸਕਿਆ। ਭੁੱਲ ਬਖਸ਼ ਦਿਓ। ਫਿਰ ਸਮਝਾ ਦਿਓ। ਮੈਂ ਹੁਣੇ ਹੀ ਬਣਾਉਣ ਲੱਗ ਪੈਂਦਾ ਹਾਂ। ਗੁਰੂ ਜੀ ਨੇ ਫਿਰ ਸੋਟੀ ਨਾਲ ਲਕੀਰਾਂ ਖਿੱਚ ਕੇ ਦੋਹਾਂ ਨੂੰ ਸਮਝਾਇਆ ਕਿ ਇਸ ਤਰ੍ਹਾਂ ਦੋਵੇਂ ਬੜੀ ਧੀਰਜ ਨਾਲ ਥੜੇ ਬਣਾਓ। ਤਦ ਤੀਸਰੇ ਦਿਨ ਫਿਰ ਦੋਹਾਂ ਨੇ ਥੜੇ ਬਣਾਏ ਤਾਂ ਗੁਰੂ ਜੀ ਨੇ ਫਿਰ ਪਹਿਲਾਂ ਰਾਮੇ ਵੱਲ ਆਣ ਕੇ ਕਿਹਾ ਕਿ ਹੇ ਰਾਮੇ, ਤੂੰ ਫਿਰ ਵੀ ਉਸ ਤਰ੍ਹਾਂ ਥੜਾ ਨਹੀਂ ਬਣਾਇਆ ਜਿਸ ਤਰ੍ਹਾਂ ਅਸਾਂ ਆਖਿਆ ਸੀ। ਤੈਨੂੰ ਬਹੁਤ ਵਾਰ ਸਮਝਾਇਆ ਪਰ ਫਿਰ ਤੇਰੇ ਪਾਸੋਂ ਥੜਾ ਠੀਕ ਨਹੀਂ ਬਣਿਆ। ਇਹ ਗੱਲ ਸੁਣ ਕੇ ਰਾਮੇ ਨੇ ਵਿਚਾਰਿਆ ਕਿ ਇਹਨਾਂ ਦਾ ਸਰੀਰ ਬਹੁਤ ਬੁੱਢਾ ਹੋਣ ਕਰਕੇ ਇਹਨਾਂ ਨੂੰ ਆਪਣੀ ਦੱਸੀ ਹੋਈ ਗੱਲ ਯਾਦ ਨਹੀਂ ਰਹਿੰਦੀ। ਰਾਮੇ ਨੇ ਕਿਹਾ, ਮਹਾਰਾਜ, ਮੇਰੇ ਪਾਸੋਂ ਹੋਰ ਚੰਗਾ ਨਹੀਂ ਬਣ ਸਕਦਾ। ਆਪ ਹੋਰ ਕਿਸੇ ਪਾਸੋਂ ਬਣਵਾ ਲਵੋ। ਰਾਮੇ ਦਾ ਇਹ ਉੱਤਰ ਸੁਣ ਕੇ ਗੁਰੂ ਜੀ ਚੁੱਪ ਕਰਕੇ ਸ਼੍ਰੀ ਰਾਮਦਾਸ ਜੀ ਪਾਸ ਗਏ। ਥੜਾ ਵੇਖ ਕੇ ਕਹਿਣ ਲੱਗੇ, ਤੂੰ ਠੀਕ ਨਹੀਂ ਬਣਾਇਆ। ਕਈ ਵਾਰ ਸਮਝਾਉਣ ਤੇ ਵੀ ਤੂੰ ਨਹੀਂ ਸਮਝਿਆ। ਗੁਰੂ ਜੀ ਦੇ ਵਾਕ ਸੁਣ ਕੇ ਸ਼੍ਰੀ ਰਾਮਦਾਸ ਜੀ ਹੱਥ ਜੋੜ ਕੇ ਗੁਰੂ ਜੀ ਦੇ ਚਰਨਾਂ ਤੇ ਪੈ ਗਏ ਅਤੇ ਕਹਿਣ ਲੱਗੇ ਕਿ ਮੈਂ ਅਣਜਾਣ ਸਦਾ ਹੀ ਭੁੱਲਣਹਾਰ ਹਾਂ। ਆਪ ਕਿਰਪਾਲੂ ਸਦਾ ਬਖਸ਼ਿੰਦ ਹੋ। ਤੁਹਾਡੀ ਬਖਸ਼ਿਸ਼ ਤੋਂ ਬਿਨਾਂ ਮੈਨੂੰ ਸਮਝ ਨਹੀਂ ਆ ਸਕਦੀ। ਸ਼੍ਰੀ ਰਾਮਦਾਸ ਜੀ ਦਾ ਇਹ ਉੱਤਰ ਸੁਣ ਕੇ ਗੁਰੂ ਜੀ ਬਹੁਤ ਪ੍ਰਸੰਨ ਹੋਏ ਅਤੇ ਸਾਰਿਆਂ ਨੂੰ ਸੁਣਾ ਕੇ ਕਿਹਾ ਕਿ ਰਾਮਦਾਸ ਦੀ ਸੇਵਾ ਸਾਨੂੰ ਬਹੁਤ ਪਸੰਦ ਹੈ। ਇਹ ਆਪਾਂ ਕਦੀ ਨਹੀਂ ਜਤਾਉਂਦੇ ਅਤੇ ਰਾਤ ਦਿਨ ਸੇਵਾ ਵਿੱਚ ਹੀ ਆਨੰਦ ਰਹਿੰਦੇ ਹਨ। ਗੁਰੂ ਜੀ ਦੇ ਇਹ ਬਚਨ ਸੁਣ ਕੇ ਸਭ ਨੇ ਜਾਣ ਲਿਆ ਕਿ ਗੁਰਤਾ ਗੱਦੀ ਸ਼੍ਰੀ ਰਾਮਦਾਸ ਜੀ ਨੂੰ ਹੀ ਮਿਲੇਗੀ। ਜਦ ਬੌਲੀ ਤਿਆਰ ਹੋ ਗਈ ਤਾਂ ਗੁਰੂ ਜੀ ਨੇ ਇਸ ਦੀਆਂ 84 ਪੌੜੀਆਂ ਗਿਣ ਕੇ ਬਚਨ ਕੀਤਾ, ਜਿਹੜਾ ਨਰ ਨਾਰੀ ਇੱਥੇ ਆਣ ਕੇ 84 ਵਾਰ ਇਸ਼ਨਾਨ ਕਰੇਗਾ, ਹਰ ਇੱਕ ਪੌੜੀ ਉੱਤੇ ਸ਼ਰਧਾ ਪ੍ਰੇਮ ਨਾਲ ਜਪਜੀ ਸਾਹਿਬ ਦੇ ਪਾਠ ਕਰੇਗਾ, ਉਸ ਦੀ ਜਨਮ ਮਰਨ ਦੀ 84 ਕੱਟੀ ਜਾਵੇਗੀ। ਜਦ ਸਿੱਖਾਂ ਨੇ ਇਹ ਬਚਨ ਸੁਣੇ ਤਾਂ ਬੜੇ ਉਤਸ਼ਾਹ ਨਾਲ ਇਸ਼ਨਾਨ ਕਰਕੇ ਹਰ ਇੱਕ ਪੌੜੀ ਉੱਤੇ ਜਪਜੀ ਸਾਹਿਬ ਦੇ ਪਾਠ ਕਰਕੇ ਗੁਰੂ ਜੀ ਦੀਆਂ ਖੁਸ਼ੀਆਂ ਲੈਣ ਲੱਗੇ। ਇੱਕ ਲੋਹਾਰ ਬਕਾਲੇ ਪਿੰਡ ਦਾ ਰਹਿਣ ਵਾਲਾ ਗੁਰੂ ਜੀ ਪਾਸ ਲੱਕੜ ਦੀਆਂ ਪੌੜੀਆਂ ਬਣਾਉਣ ਦਾ ਕੰਮ ਕਰਦਾ ਹੁੰਦਾ ਸੀ।
ਹੋਰ ਜੇ ਕੋਈ ਲੋਹੇ ਦਾ ਕੰਮ ਹੋਵੇ ਤਾਂ ਉਹ ਵੀ ਕਰ ਦਿੰਦਾ ਸੀ। ਉਸਨੇ ਬੌਲੀ ਦੇ ਜਲ ਨਾਲ ਲੱਕੜ ਦੀਆਂ 7 ਪੌੜੀਆਂ ਬਣਾ ਕੇ ਲਾ ਦਿੱਤੀਆਂ, ਜਿਸ ਨਾਲ ਬੌਲੀ ਵਿੱਚੋਂ ਜਲ ਲੈਣ ਤੇ ਇਸ਼ਨਾਨ ਕਰਨਾ ਸੌਖਾ ਹੋ ਗਿਆ। ਉਸ ਦਾ ਕੰਮ ਵੇਖ ਕੇ ਗੁਰੂ ਜੀ ਨੇ ਬਹੁਤ ਪ੍ਰਸੰਨ ਹੋ ਕੇ ਉਸ ਨੂੰ ਪਾਸ ਸੱਦ ਕੇ ਉਸ ਦੇ ਸਿਰ ਤੇ ਹੱਥ ਰੱਖ ਕੇ ਸਤਨਾਮ ਦਾ ਉਪਦੇਸ਼ ਦਿੱਤਾ ਤੇ ਸੰਤ ਸਧਾਰਨ ਉਸ ਦਾ ਨਾਮ ਰੱਖਿਆ। ਗੁਰੂ ਜੀ ਨੇ ਕਿਹਾ, ਤੇਰੀ ਸੇਵਾ ਪ੍ਰਵਾਨ ਹੋ ਗਈ ਹੈ, ਆਪਣੇ ਘਰ ਜਾ ਕੇ ਭਜਨ ਕਰਕੇ ਸੁਖ ਪਾਓ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ।